सत्य गुरु प्रसाद। सोए सुनंदड़ी मेरा तन मन मौला, नाम जपंदड़ी लाली पंद जुलंदड़ी मेरा अंदर ठंडा, गुर दर्शन देख निहाली। पंद जुलंदड़ी मेरा अंदर ठंडा, गुर दर्शन देख निहाली। सतनाम वाहे गुरु साहिब जियो, राग सूही महला तीजा कर दसवां। एक ओंकार सतगुर प्रसाद। दुनिया ना साला जो मर वंजसी, लोका ना साला जो मर खाक थी। दुनिया ना साला जो मर वंजसी, लोका ना साला जो मर खाक थी। वाह मेरे साहिबा वाह, गुरमुख सदा सलाहिए, सच्चा वे परवाह रहा। दुनिया केरी दोस्ती मनमुख दज मरन, जमपुर बधे मारी हैं वेला ना लाहन। गुरमुख जन्म सकार था सच्चे शब्द लगन, आत्म राम परगासिया सहजे सुख रहन। गुर का शब्द विसारिया दूजै पाए रचन, तिशना भुख न उतरै अन दिन जलत फिरन। दुष्टां नाल दोस्ती नाल संतां वैर करन, आप डूबे कुटुंब स्यों सगले कुल डोबन। निंदा भली किसै की नाही, मनमुख मुग्ध करन। मुँह काले तिन तिन निंदका, नरके घोर पवन। हे मन जैसा सेव हैं तैसा होव हैं, तेहे कर्म कमाए। आप बीज आपे ही खावना, कहना किछु न जाए। महापुरखां का बोलना होवै कितै परथाए। होए अमृत भरे भरपूर हैं, उना तिल ना तमाए। होए अमृत भरे भरपूर हैं, ओना तिल ना तमाए। वाहिगुरु जी का खालसा, वाहिगुरु जी की फतेह। जुगो जुगा टल शब्द सतगुरु तन तन गुरु ग्रंथ साहिब जी, गुरुदेव पातशाह जी की अजीम बख्शिश टलदी शाम असी सत्संगत मान रहे हाँ। भावें वो गुरुद्वारे की हदूद विच आ या बाहर घरां थावां ते टैलीविजन या होर किसी मीडिया आउटलैट राहीं। ये समा शब्द व्याख्या दा है। सूही राग अंदर गुरु अमरदास पातशाह द्वारा उचरित किया लमेरा शब्द
ਅਸ਼ਟਪਦੀਆਂ ਦੇ ਸਿਰਨਾਵੇਂ ਹੇਠ ਪਰ ਲਮੇਰਾ ਸ਼ਬਦ 34 ਪਦਿਆਂ ਦਾ ਇਹ ਸਾਨੂੰ ਪ੍ਰਾਪਤ ਆ। ਬੜੇ ਅਸੀਂ ਸ਼ੁਰੂਆਤੀ ਫੇਸ 'ਚ ਹੈ ਸ਼ਬਦ ਦੇ। ਜੋ ਵਿਵੇਚਨਾ ਅੱਜ ਅਸੀਂ ਕਰਨੀ ਹੈ ਇਸ ਸ਼ਬਦ ਦੇ, ਅਸੀਂ 4 ਨੰਬਰ ਪਦੇ ਤੋਂ ਅੱਜ ਅਸੀਂ ਅੱਗੇ ਤੋਰਾਂਗੇ। ਪਰ ਇੱਕ ਜਸਟ ਸਰਸਰੀ ਨਜ਼ਰ ਰਹਾਉ ਦੇ ਬੰਦ ਤੇ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਹਿਬ ਕਿਹਾ ਗਿਆ ਹੈ, ਉਹਨੂੰ ਵਾਹ ਵਡਿਆਇਆ ਗਿਆ ਹੈ। ਉਹਦੀ ਸਤੁਤੀ ਵਿੱਚ ਕਿਹਾ ਗਿਆ ਕਿ ਉਹਦੀ ਸਤੁਤੀ ਸਾਡੇ ਤੋਂ ਹੋ ਨਹੀਂ ਸਕਦੀ। ਜਿਵੇਂ ਗੁਰੂ ਮਹਾਰਾਜ ਬਾਣੀ 'ਚ ਕਈ ਰੂਪਾਂ 'ਚ ਬਿਆਨ ਕਰ ਦਿੰਦੇ ਨੇ। ਜਪਜੀ ਸਾਹਿਬ ਹੀ ਪੜ੍ਹਦੇ ਹੋ ਤੇ ਵਿਚਾਰ ਆਉਂਦਾ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। हे ਨਿਰੰਕਾਰ, ਤੂੰ ਸਦਾ ਤੋਂ ਲੈ ਕੇ ਸਦਾ ਤੱਕ ਕਾਇਮ ਦਾਇਮ ਆ, ਤੇ ਮੇਰੀ ਪਾਇਆ ਨਹੀਂ ਮੈਂ ਤੇਰੀ ਵਡਿਆਈ ਕਰ ਸਕਾਂ, ਸਤੁਤੀ ਕਹਿ ਸਕਾਂ। ਸੋ ਇਹ ਗੁਰੂ ਨਾਨਕ ਸਾਹਿਬ ਜਿਵੇਂ ਬਾਤ ਬਿਆਨ ਕਰਦੇ ਬਾਣੀ 'ਚ, ਵਾਹ ਮੇਰੇ ਸਾਹਿਬਾ ਵਾਹ, ਕੀ ਕਹਾਂਗੇ ਤੇਰੇ ਬਾਰੇ। ਹਾਂ, ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹ। ਜਿਹੜਾ ਗੁਰੂ ਵੱਲ ਮੂੰਹ ਕਰਕੇ ਗੁਰੂ ਆਸ਼ੇ ਮੁਤਾਬਕ ਉਹਦੀ ਸਿਫਤ ਸਲਾਹ ਵਿੱਚ ਲੱਗਦਾ ਆ ਤੇ ਬੈਨੀਫੀਸ਼ੀਅਲ ਆ ਉਸ ਵਾਸਤੇ। ਬਾਕੀ ਰੂਪ ਰੱਬ ਜੀ ਨੂੰ ਉਹ ਤੇ ਵੇ ਪਰਵਾਹ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸਲਾਹੋ ਤੁਸੀਂ ਨਾ ਸਲਾਹੋ, ਤੁਸੀਂ ਵਡਿਆਓ ਨਾ ਵਡਿਆਓ। ਇਹ ਤੇ ਹੈ ਕਿ ਜੇ ਤੁਸੀਂ ਉਸ ਰਾਹ 'ਤੇ ਤੁਰਦੇ ਹੋ ਤੇ ਤੁਹਾਡੇ ਜੀਵਨ ਦਾ ਯਾਪਨ ਬਦਲਦਾ ਹੈ, ਤੁਹਾਨੂੰ ਗੁਣ ਮਿਲਦੇ ਨੇ। ਸ਼ਬਦ ਬਕਾਇਦਾ ਤੌਰ 'ਤੇ ਸਾਰੀ ਵਿਆਖਿਆ ਕਰੇਗਾ। ਖੈਰ, ਜਿੱਥੇ ਬੀਤੇ ਕੱਲ ਬਚਨ ਸਮੇਟਿਆ ਸੀਗਾ ਉਸ ਤੋਂ ਅੱਗੇ ਅਸੀਂ ਅੱਜ ਉਸ ਨੂੰ ਜਿਹੜਾ ਹੈ ਕੰਟੀਨਿਊ ਕਰਦੇ ਹਾਂ। ਗੁਰਮੁਖ ਜਨਮ ਸਕਾਰ ਥਾ ਸੱਜਾ ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹਨ। ਇਹ ਹੋ ਰਿਹਾ ਸੀਗਾ ਕਿ ਇੱਕ ਪਾਸੇ ਉਹ ਹੈ ਕਿ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ, ਵੀ ਬੰਦਾ ਦੇਖੋ ਨਾ ਇੱਕ ਸਿੰਪਲ ਲੈਵਲ 'ਤੇ ਗੱਲ ਆ, we have some kind of dilemma, or you can say duality. Materialistic ਇਸ ਜਿਹੜਾ ਸੰਸਾਰ ਵਿੱਚ ਰਹਿੰਦੇ ਆ, ਮਟੀਰੀਅਲ ਅਪੀਲ ਕਰਦਾ ਹੈ। ਉਹ ਭਾਵੇਂ ਉਹਦਾ ਰੂਪ ਹੈ, ਭਾਵੇਂ ਉਹਦਾ ਰੰਗ ਹੈ, ਭਾਵੇਂ ਰਸ ਹੈ, ਭਾਵੇਂ ਸੁਗੰਧ ਹੈ। those things actually appeals to us, and once we actually get some kind of attraction toward this materialistic world, then we totally forget about ethics, principles, religion, forget about it. Religion is actually totally ਉਹ ਤੇ ਬੜੀ ਬਾਤ 'ਚ ਗੱਲ ਆਏਗੀ ਨਾ। ਸੋ ਇੱਥੇ ਬੰਦੇ 'ਚ ਇੱਕ ਡੁਐਲਿਟੀ, ਇੱਕ ਦੁਵੰਦ ਚੱਲ ਰਿਹਾ। ਇੱਕ ਪਾਸੇ ਪਦਾਰਥ ਆ, ਉਹ ਬੜਾ ਅਲਿਊਰਿੰਗ ਵੇ ਨਾਲ ਅਟਰੈਕਟ ਕਰਦਾ ਹੈ। ਦੂਸਰੇ ਪਾਸੇ ਇਹੋ ਜਿਹਾ ਮੈਸੇਜ ਜਿਹੜਾ ਕਹਿੰਦੇ ਸਪਿਰਿਟ ਨੂੰ ਫੜ, ਸਪਿਰਿਚੁਅਲ ਸਾਈਡ 'ਤੇ ਆ ਜਾ। ਸੋ ਇਹਨਾਂ ਦੋਵਾਂ ਦੇ ਵਿੱਚ ਕਈ ਵਾਰ ਤਾਂ ਬੰਦਾ ਡੁਐਲਿਟੀ 'ਚ ਜੀਵੀ ਜਾਂਦਾ ਹੈ, ਉਹ ਕਰੀ ਜਾਂਦਾ ਜੋ ਨਹੀਂ ਕਰਨਾ ਤੇ ਪਛਤਾਈ ਵੀ ਜਾਂਦਾ ਹੈ। ਦੈਟ ਹੈਪਨਡ। ਐਂਡ ਉਹਦੇ ਵਿੱਚ ਜਿਹੜੀ ਹੈ ਉਹ ਅਵਸਥਾ, ਉਹ ਫਿਰ ਬਹੁਤ ਹੀ ਚੰਗੀ ਆਪਣੇ ਲਈ ਤਾਂ ਹੈ ਹੀ ਨਹੀਂ, ਹੋਰਾਂ ਲਈ ਵੀ ਨਹੀਂ ਹੁੰਦੀ, ਆਈਡੀਅਲ ਹੁੰਦੀ। ਧਾਰਮਿਕ ਖੇਤਰ ਤੁਹਾਨੂੰ ਇਸ ਕਿਸਮ ਦਾ ਪ੍ਰਵਿਰਤੀ ਮਿਲੇਗੀ ਜਿਹਦੇ 'ਚ ਬੰਦਾ ਧਰਮ ਕਰਮ ਵੀ ਕਰ ਰਿਹਾ ਹੈ, ਧਰਮ ਦੀ ਬਾਤ ਵੀ ਹੋ ਰਹੀ ਹੈ ਸਭ, ਪਰ ਇਸ ਉਹਦੇ ਜੀਵਨ ਨੂੰ ਦੇਖੋਗੇ ਤੁਸੀਂ ਦੇਖੋਗੇ ਕਿ ਤੇ ਨੇੜੇ ਤੇੜੇ ਵੀ ਨਹੀਂ ਲੰਘ ਰਿਹਾ ਕਿਤੇ। ਸਪੈਸ਼ਲੀ ਵੈਨ ਵੀ ਵਿਲ ਟਰਾਈ ਟੂ ਐਕਚੁਅਲੀ ਸੀ ਸਮ ਕਾਈਂਡ ਆਫ integrity, some kind of truthfulness, then we can find that actually nothing is there, no substance. It's just a kind of either fake hypocritic picture, or hypocritic actually just show off, or otherwise just totally illiterate from the religious side or spiritual side. ਸੋ ਤੁਸੀਂ ਇਸ ਲੈਵਲ 'ਤੇ ਦੇਖਦੇ ਹੈਗੇ ਹੋ। ਫਿਰ ਉਹਨੂੰ ਕਾਊਂਟਰ ਕਿਵੇਂ ਕੀਤਾ ਜਾਏ। ਇਹ ਵੀ ਸੱਚ ਆ ਕਿ ਜਿਹੜਾ ਬਹੁਤਾ ਧਰਮ ਕਰਮ ਹੁੰਦਾ ਆ, ਇਹ ਆਲੇ ਦੁਆਲੇ ਨੂੰ ਪਲੀਜ਼ ਕਰਨ ਵਾਸਤੇ ਹੁੰਦਾ ਆ। ਬੰਦਾ ਆਲਾ ਦੁਆਲਾ ਚੁੱਕ ਕੇ ਆਹ ਬੜਾ ਪਾਠ ਕਰਦਾ ਜੀ, ਆਹ ਬੜਾ ਰੱਬ ਦਾ ਬੰਦਾ, ਖੁਸ਼ੀ ਮਿਲਦੀ ਹੈ, ਈਗੋ ਬੂਸਟ ਹੁੰਦੀ ਹੈ, ਚੰਗਾ ਲੱਗਦਾ ਇਸ ਤਰੀਕੇ ਨਾਲ। ਇਹ ਵੀ ਕਿਸੇ ਹੱਦ ਤੱਕ ਤੇ ਕਾਰਗਰ ਹੁੰਦਾ ਹੈ, ਇੱਕ ਹੱਦ ਤੋਂ ਬਾਅਦ ਇਹ ਵੀ ਨੁਕਸਾਨਦੇਹ ਹੋਣਾ ਸ਼ੁਰੂ ਹੋ ਜਾਂਦਾ। ਸੋ ਆਖਰਕਾਰ ਪ੍ਰੋਪਰ ਪਾਥ ਕਿਹੜਾ ਆ,
ਗੁਰੂ ਬਾਬਾ ਜੀ ਨੇ ਇਹ ਸ਼ਬਦ 'ਚ ਵੀ ਕਿਹਾ, ਬਾਕੀ ਵੀ ਗੁਰਬਾਣੀ 'ਚ ਮੈਸੇਜ ਸਾਨੂੰ ਵਾਰ-ਵਾਰ ਮਿਲਦੇ ਨੇ। ਮਹਾਰਾਜ ਕਹਿੰਦੇ ਆਪਣੀ ਕੌਂਸ਼ੀਅਸ, ਆਪਣੀ ਚੇਤਨਾ ਨੂੰ ਉਜਾਗਰ ਕਰ, ਮਤਲਬ ਉਜਾਗਰ ਤੇ ਹੈ, ਉਹਨੂੰ ਅੰਡਰਸਟੈਂਡ ਕਰ ਡੀਪ ਲੈਵਲ ਤੇ। ਜਿੰਨਾ ਉਹਨੂੰ ਅੰਡਰਸਟੈਂਡ ਕਰੇਗਾ ਉਹਨੇ ਆਪਣੇ ਐਕਸ਼ਨਸ, ਆਪਣੇ ਅਮਲ ਜਿਹੜੇ ਨੇ ਉਹਨਾਂ ਨੂੰ ਵੇਖ ਸਕੇਗਾ। ਸਪੋਜ਼ ਕਰੋ ਆਪਾਂ ਕੰਮਕਾਰ ਹੀ ਕਰਦੇ ਹਾਂ, ਸਿੰਪਲ ਕੁਐਸਚਨ, ਵਾਈ ਆਈ ਐਮ ਡੂਇੰਗ ਦਿਸ ਵਰਕ। ਮੈਂ ਪਰਿਵਾਰ ਵਿੱਚ ਰਹਿਣਾ, ਵਾਈ ਆਈ ਐਮ ਲਿਵਿੰਗ ਇਨ ਦਿਸ ਫੈਮਿਲੀ, what is my main motive, what is my main intention over here। ਇਸ ਕਿਸਮ ਦੇ ਬਾਤ ਕਰਦਿਆਂ ਕਰਦਿਆਂ ਬੰਦਾ ਸਾਫ਼ ਗੋ ਹੋ ਜਾਂਦਾ ਹੈ, ਆਪਣੇ ਆਪ ਨਾਲ ਵੀ ਦੂਜਿਆਂ ਦੇ ਨਾਲ ਵੀ। ਜਿਹੜਾ ਇੱਕ ਹਿਡਨ ਏਜੰਡਾ ਆ, ਨਾ ਆਪ ਨੂੰ ਦਿਸਦਾ ਨਾ ਦੂਜੇ ਨੂੰ ਦਿਸਦਾ ਆ। ਲਾਲਚ ਸਰਫੇਸ ਤੇ ਨਹੀਂ ਕਈ ਵਾਰੀ ਆਉਂਦਾ, ਲਸਟ ਸਰਫੇਸ ਤੇ ਨਹੀਂ ਹੁੰਦਾ, ਐਂਗਰ ਸਰਫੇਸ ਤੇ ਨਹੀਂ ਹੁੰਦਾ, ਜਿਹੜੇ ਹੋਰ ਵੀਕਨੈਸ ਸਰਫੇਸ ਤੇ ਨਹੀਂ ਹੁੰਦੀਆਂ। ਇਫ ਵੀ ਡਿਗ ਡਾਊਨ ਦੈਨ ਵੀ ਕੈਨ ਫਾਈਂਡ ਆਊਟ। I hate someone. Why? Because due to my ego. That person hurts my ego and I don't like it. That's why I have certain kind of tendency inside me to actually to that personality. Exactly बहुत सारियां चीज़ां कहीं मैं बड़ा पसंद करदा। Why? Reason की है? क्योंकि मेरी ego ਨੂੰ boost करदा हो, क्योंकि मेरा लालच पूरा करदा हो। तो ये सब चीज़ां ਜਿਹੜੀਆਂ ਨੇ, सो सारे वास्ते फिर ਬੰਦਾ ਕਿੱਥੋਂ ਸਟਾਰਟ ਕਰੇ, ਵੇਅਰ ਟੂ ਸਟਾਰਟ ਟੂ ਗੋ ਦਿਸ ਸਾਈਡ। ਗੁਰੂ ਬਾਬਾ ਜੀ ਇੱਥੇ ਬਿਆਨ ਕਰਦੇ ਸ਼ਬਦ, ਗੁਰਮੁਖ ਜਨਮ ਸਕਾਰ ਥਾ, ਸੱਚਾ ਸ਼ਬਦ ਲਗਨ, ਸੱਚੇ ਸ਼ਬਦ ਨਾਲ ਲੱਗ, ਉਹਦੇ ਨਾਲ ਸਾਂਝ ਪਾ। ਸੱਚਾ ਸ਼ਬਦ ਐਸਾ ਉਪਦੇਸ਼ ਮੈਸੇਜ ਜਿਹੜਾ ਆ, ਜਿਹੜਾ ਤੈਨੂੰ ਤੇਰੇ ਇਨਰ ਬਾਰੇ, ਤੇਰੀ ਇੰਟਰਨਲ ਜਿਹੜਾ ਸੋਚਣ ਦਾ, ਲਹਿਜਣ ਦਾ ਤਰੀਕਾ ਆ, ਉਹਨੂੰ ਕਿਸੇ ਲੈਵਲ 'ਤੇ ਇੱਕ ਸਹੀ ਤਰੀਕੇ ਨਾਲ ਅਲਾਈਨ ਕਰ ਸਕੇ। ਜਿਹੜਾ ਚਪਦਾ ਅਸੀਂ ਵਿਚਾਰ ਰਹੇ ਹਾਂ, ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਪਾਏ ਰਚਨ। ਗੁਰ ਕਾ ਸ਼ਬਦ ਮੈਸੇਜ ਤੇ ਆ ਰਿਹਾ ਹੁੰਦਾ ਆਲੇ ਦੁਆਲੇ, ਚੰਗਾ ਮੈਸੇਜ। ਬੀਇੰਗ ਏ ਸਿੱਖ ਸਾਡੇ ਕੋਲ ਤੇ ਮੈਸੇਜ ਦੀ ਕਮੀ ਕੋਈ ਨਹੀਂ। ਗੁਰਬਾਣੀ ਦਾ ਤੁਸੀਂ ਕਿਸੇ ਸਮੇਂ ਆਓ, ਭਾਵੇਂ ਉਹ ਕੀਰਤਨ ਹੋ ਰਿਹਾ ਹੈ, ਭਾਵੇਂ ਉਹ ਕਥਾ ਵਾਰਤਾ ਹੋ ਰਹੀ ਹੈ, ਭਾਵੇਂ ਉਹ ਪਾਠ ਹੋ ਰਿਹਾ ਹੈਗਾ, ਮੈਸੇਜ ਤੇ ਡਿਲੀਵਰ ਹੋ ਰਿਹਾ ਲਗਾਤਾਰ। ਈਵਨ ਜੇ ਨਹੀਂ ਵੀ ਆ ਰਹੇ ਤੇ ਘੱਟ ਤੋਂ ਘੱਟ ਸ਼ਬਦ ਗੁਰੂ ਦਾ ਕੌਨਸੈਪਟ ਹੈਗਾ ਆ, ਉਹਦੇ ਨਾਲ ਤੁਹਾਡੀ ਸਾਂਝ ਹੈਗੀ ਹੈ। ਇਹਨੂੰ ਜੇ ਮੈਂ ਬਿਲਾਸਮਈ ਰੰਗ 'ਚ ਬਿਆਨ ਕਰਾਂ ਤੇ ਇਸ ਤਰ੍ਹਾਂ ਜਾਣੋ ਕਿ ਸਾਡੇ ਪਿੰਡਾਂ ਥਾਵਾਂ 'ਤੇ ਬਹੁਤ ਹੀ ਪੁਰਾਣੀ ਨਹੀਂ, ਥੋੜ੍ਹੇ ਸਮਾਂ ਪਹਿਲਾਂ ਹੀ ਗੱਲ, ਤੁਸੀਂ ਵੀ ਸ਼ਾਇਦ ਇਸ ਚੀਜ਼ ਨੂੰ ਰੀਕਾਲ ਕਰ ਸਕੋਗੇ ਆਪਣੀ ਮੈਮਰੀਜ਼ ਦੇ ਵਿੱਚ। ਬਹੁਤ ਜ਼ਿਆਦਾ ਪਾਠ ਨਹੀਂ ਸੀ ਹੋਇਆ ਕਰਦੇ, ਸਪੈਸ਼ਲੀ ਅਖੰਡ ਪਾਠ ਵਗੈਰਾ। ਅਤੇ ਜਿਵੇਂ ਕਿਤੇ ਹੋਣਾ ਗੁਰਦੁਆਰਾ ਸਾਹਿਬ 'ਤੇ ਹੋਣਾ ਹੈ ਜਦੋਂ ਕੋਈ ਗੁਰਪੁਰਬ ਹੈ, ਉਸ ਤਰੀਕੇ ਨਾਲ। ਅਤੇ ਹੁਣ ਗੁਰਪੁਰਬ ਦੇ ਵਿੱਚ ਜੇ ਅਖੰਡ ਪਾਠ ਸਾਹਿਬ ਹੋ ਰਿਹਾ ਹੈ ਅਤੇ ਪਿੰਡਾਂ ਥਾਵਾਂ 'ਚ ਲੋਕਾਂ 'ਚ ਪਿਆਰ ਵੀ ਸੀ, ਸਨੇਹ ਵੀ ਸੀ ਪਾਠ ਦੇ ਪ੍ਰਤੀ। ਹੁਣ ਅਸੀਂ ਚਲੋ ਅਖੰਡ ਪਾਠ ਸਾਹਿਬ ਜਿਹੜਾ ਹੈ ਪ੍ਰਕਾਸ਼ ਨੇ, ਸੁਣੀਏ, ਸੇਵਾ ਕਰੀਏ, ਇਸ ਤਰੀਕੇ ਦੀ ਗੱਲ ਹੋਣੀ। ਗੁਰਪੁਰਬ ਦਾ ਅਖੰਡ ਪਾਠ ਸਾਹਿਬ ਹੋਇਆ, ਹਟਿਆ ਆ। ਜਿਵੇਂ ਗੁਰੂ ਨਾਨਕ ਸਾਹਿਬ ਦਾ ਸਪੋਜ਼ ਕਰੋਗੇ ਨਵੰਬਰ ਦੇ ਵਿੱਚ, ਅਗਾਂਹ ਜਨਵਰੀ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਆ ਰਿਹਾ, ਫਿਰ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ। ਅਸੀਂ ਐਜ਼ ਏ ਬੀਇੰਗ ਏ ਐਕਚੁਅਲੀ ਕਿਡਸ, ਵੀ ਆਰ ਪਲੇਇੰਗ ਸਾਂਝੀ ਜਗ੍ਹਾ, ਚੌਂਕ ਜਿਹਦੇ ਵਿੱਚ ਖੜੇ ਨੇ ਲੋਕ, ਜਿੱਥੇ ਗੱਲਾਂ ਬਾਤਾਂ ਹੋ ਰਹੀਆਂ, ਇਸ ਤਰੀਕੇ ਨਾਲ ਕਹਿ ਲਓ ਕਿ ਇਸ ਤਰੀਕੇ ਨਾਲ ਅਸੀਂ ਈਵ ਡਰੋਪਿੰਗ ਹੋ ਰਹੀ ਹੈ, ਅਸੀਂ ਗੱਲਾਂ ਸੁਣ ਰਹੇ ਹਾਂ ਉਹਨਾਂ ਦੀਆਂ। ਅਤੇ ਉੱਥੇ ਇੱਕ ਸ਼ਖਸ ਕਹਿ ਰਿਹਾ, ਇੱਕ ਕਹਿੰਦਾ ਫਲਾਂ ਸਪੈਸ਼ਲ ਪਰਟੀਕੂਲਰ ਪਾਠੀ ਦਾ ਨਾਮ ਲੈ ਕੇ ਕਹਿੰਦਾ ਵੀ ਬੜੀ ਮੁਸ਼ਕਿਲ ਦੇ ਨਾਲ ਤੇ ਬਾਣੀ ਸੁਣਨ ਨੂੰ ਮਿਲਦੀ ਹੈ, ਅਤੇ ਅਖੰਡ ਪਾਠ ਸਾਹਿਬ ਹੁੰਦਾ, ਸਪੀਕਰ ਦੀ ਡਿਊਟੀ ਹੁੰਦੀ ਹੈ, ਫਲਾਂ ਪਾਠੀ ਨੂੰ ਟਾਈਮ ਦੇ ਦਿੱਤਾ ਜਾਂਦਾ, ਉਹ ਨਾ ਉਹਦਾ ਪਾਠ ਸਮਝ ਆਉਂਦਾ ਹੈ, ਨਾ ਕੁਝ ਰਸ ਬਣਦਾ। ਇਸ ਕਰਕੇ ਨਾ ਹੁਣ ਅਗਲੇ ਅਖੰਡ ਪਾਠ ਸਾਹਿਬ ਵਾਸਤੇ ਸਪੈਸ਼ਲ ਪਾਠੀਆਂ ਦੀਆਂ ਡਿਊਟੀਆਂ ਲਾਉਣੀਆਂ ਨੇ, ਸਪੈਸ਼ਲ ਸਪੀਕਰ ਦੇ ਉੱਤੇ, ਤਾਂ ਕਿ ਸੁਣੇ ਤੇ ਸਹੀ, ਪਤਾ ਤੇ ਲੱਗੇ ਗੁਰੂ ਪਾਤਸ਼ਾਹ ਦੀ ਬਾਣੀ ਕੀ ਕਹਿ ਰਹੀ। ਸਾਡੇ ਉੱਥੇ ਲੋਕਲ ਕੁਝ ਹੈਗੇ ਜਿਹੜੇ ਪੰਜਾਬੀ ਨਾਲ ਬਹੁਤੇ ਵਾਕਫ ਨਹੀਂ ਹੈਗੇ, ਉਹਨਾਂ ਆਪਣੀ ਜਿਹੜਾ ਹੈਗਾ ਬਹੁਤੀ ਹਰਿਆਣਵੀ ਬੋਲੀ ਬੋਲਦੇ, ਪਰ ਉਹ ਸਿੱਖੀ 'ਚ ਬੜੇ ਪ੍ਰਚੰਡ ਉਸ ਤਰੀਕੇ ਦੇ ਨਾਲ। ਉਹਨੇ 'ਚ ਇੱਕ ਸ਼ਖਸ ਉਹ ਕਹਿੰਦਾ ਕਿ ਉਹ ਕਹਿੰਦਾ ਨਾ ਵੀ ਨਾ, ਲੇਕਿਨ ਮੇਰੀ ਬਾਤ ਸੁਣੋ, ਜੋ ਹੁਣ ਸਭ ਪਾਠੀ ਪਹਿਲਾਂ ਲਾ ਰੱਖਿਆ ਉਹੀ ਪਾਠੀ ਲਗਾਉਣਾ ਦੁਬਾਰਾ। ਮਤਲਬ ਜਿਹੜਾ ਪਾਠੀ ਪਹਿਲਾਂ ਡਿਊਟੀ ਕਰਦਾ ਸੀ ਨਾ, ਉਹੀ ਪਾਠੀ ਦੁਬਾਰਾ ਲਾਉਣਾ ਸਪੀਕਰ ਦੇ ਉੱਤੇ। ਉਹ ਕਹਿੰਦਾ ਵੀ ਹੋਰ ਕੋਈ ਪਾਠੀ ਦੀ ਡਿਊਟੀ ਨਹੀਂ ਦੇਣੀ।
ਉਹ ਕਹਿੰਦਾ ਉਹ ਕਿਉਂ, ਤੈਨੂੰ ਕੀ ਚੱਕਰ ਹੈ, ਪਾਠੀ ਬਦਲ ਲਾਂਗੇ, ਚੰਗਾ ਪਾਠੀ ਪਾਠ ਕਰੇਗਾ, ਸੰਗਤ ਸੁਣ ਲੇਗੀ। ਉਹ ਕਹਿੰਦਾ ਨਿਉ ਹੈ ਅਕ ਇਹ ਤੋਂ ਪਾਠ ਸਮਝ ਨਹੀਂ ਆ ਰਿਹਾ ਵੀ ਹੁਣ ਤੇ ਪਾਠ ਸਮਝ ਨਹੀਂ ਆਉਂਦਾ। ਤੇ ਜੇ ਕਿਤੇ ਇੱਥੋਂ ਮਰ ਕੇ ਰੱਬ ਦੇ ਘਰ ਗਏ ਤੇ ਰੱਬ ਨੇ ਪੁੱਛਿਆ ਵੀ ਉਹ ਤੁਸੀਂ ਚੰਗੇ ਬੰਦੇ ਨਹੀਂ ਬਣੇ, ਚੰਗੇ ਕੰਮ ਨਹੀਂ ਕੀਤੇ, ਤਾਂ ਅਸੀਂ ਕਹਾਂਗੇ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੇ ਕੰਮ ਕਰਨੇ ਸਨ ਜੀ। ਲੈ ਤੁਹਾਨੂੰ ਨਹੀਂ ਸੀ ਪਤਾ, ਤੁਸੀਂ ਤਾਂ ਸਿੱਖੋ, ਤੁਹਾਨੂੰ ਤੇ ਬਾਣੀ ਦਿੱਤੀ, ਤੁਸੀਂ ਬਾਣੀ ਕਿਉਂ ਨਹੀਂ ਪੜ੍ਹਦੇ ਸੁਣਦੇ। ਤੇ ਉੱਥੇ ਕਹਿ ਸਕਾਂਗੇ ਕਿ ਭਾਈ ਸਾਡੇ ਪਿੰਡ ਦੇ ਪਾਠੀ ਫਲਾਣਾ ਲੱਗਦਾ ਸੀਗਾ ਤੇ ਉਹ ਤੇ ਪਾਠੀ ਦੀ ਸਮਝ ਹੀ ਨਹੀਂ ਸੀ ਆਉਂਦੀ, ਇਸ ਕਰਕੇ ਕਹਿੰਦੇ ਜਾਨ ਛੁੱਟ ਜੇਗੀ ਇਸ ਤਰੀਕੇ ਦੇ ਨਾਲ। ਹਾਲਾਂਕਿ ਗੱਲ ਉਹਦੀ ਬਿਲਾਸ ਦੀ ਹੈ, ਹਾਸੇ ਦੀ ਗੱਲ ਹੈ, ਪਰ ਡੀਪ ਲੈਵਲ ਤੇ ਤਾਂ ਮੈਸੇਜ ਬੜਾ ਵੱਡਾ ਆ। ਉਹ ਮੈਸੇਜ ਇਹ ਦੱਸਣਾ ਚਾਹੁੰਦਾ ਆ ਜੇ ਪਾਠ ਸਹੀ ਵੀ ਹੋ ਜਾਏਗਾ, ਸ਼ੁੱਧ ਵੀ ਹੋ ਜਾਏਗਾ, ਤੁਸੀਂ ਮੰਨ ਲੈਣਾ। ਦੱਸੋ do you guys believe actually gonna believe or follow it? ਆ ਮੇਨ ਗੱਲ ਹੈ। ਜਿਹੜਾ ਸ਼ਬਦ ਦੀ ਲਗਨ ਆ ਇਹੀ ਹੈ, ਜਿੰਨਾ ਸਮਝ ਆਉਂਦਾ ਫੋਲੋ ਕਰ, ਪਕੜ ਉਹਨੂੰ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਬੰਦੇ ਦੀ ਹਾਲਤ ਇਹ ਹੈ ਵੀ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਨ, ਕਿਸੇ ਹੋਰ ਪਾਸੇ ਰਚ ਗਿਆ, ਕਿਸੇ ਹੋਰ ਪਾਸੇ ਰਚ ਗਿਆ। ਧਰਮ ਦੇ ਨਾਂ ਤੇ ਆਪਣੀ ਸੈਲਫ ਸੈਟਿਸਫੈਕਸ਼ਨ ਵਾਸਤੇ ਬੰਦਾ ਕੀ ਕੁਛ ਨਹੀਂ ਕਰ ਰਿਹਾ। ਤਵੀਤ, ਤਾਗੇ, ਟੂਣੇ, ਟਪਾਰ, ਵਹਿਮ, ਭਰਮ, ਹਰ ਚੀਜ਼ ਕਰਨ ਨੂੰ ਤਿਆਰ ਹੈ। ਸ਼ਬਦ ਵਾਲੇ ਆਸ਼ੇ ਵਿੱਚ ਨਹੀਂ ਜਾਣ ਲਈ ਤਿਆਰ ਨਹੀਂ ਹੈਗਾ। ਮੈਂ ਤੁਹਾਨੂੰ ਮਾਡਰਨ ਵਰਲਡ ਦੀ ਗੱਲ ਦੱਸ ਦੇਣਾ। ਅੱਜ ਦੀ ਜਿਹੜੀ ਐਜੂਕੇਸ਼ਨਲ ਸਾਈਡ 'ਤੇ ਅਸੀਂ ਆ ਰਹੇ ਹਾਂ, ਉਹ 'ਚ ਗੱਲ ਇਹ ਹੈਗੀ ਹੈ ਜਿਹੜੀ ਬਾਤ ਹੋ ਰਹੀ ਸੀ ਵੀ ਲਿਵਿੰਗ ਵਿਦ ਇੰਟੀਗ੍ਰਿਟੀ, ਜਿਹੜੀ ਉਸ ਤਰੀਕੇ ਦੀ ਗੱਲ ਅਸੀਂ ਕਹਿੰਦੇ ਹੈਗੇ ਆ। ਅਤੇ ਉਹ ਹੁਣ ਸਪੋਜ਼ ਕਰੋ ਬੰਦਾ ਇਮਾਨਦਾਰ ਹੋ ਜਾਏ, ਓਨੈਸਟ ਹੋ ਜਾਏ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ, ਆਪਣੇ ਬੱਚਿਆਂ ਨਾਲ, ਬੜਾ ਬੈਨੀਫਿਟ ਹੈ ਉਹਦਾ। ਅੱਜ ਮੈਂਟਲ ਹੈਲਥ 'ਚ ਗੱਲ ਸਮਝਾਈ ਜਾਂਦੀ ਹੈ। ਜਿਵੇਂ ਸਪੋਜ਼ ਮੈਨੂੰ ਸਿੰਪਲ ਐਗਜ਼ਾਮਪਲ ਦੇਣਾ, ਇੱਕ ਫੈਮਿਲੀ ਆਵੇ, ਆ ਕੇ ਕਹੇ ਜੀ ਮੈਂ ਪੜ੍ਹਿਆ ਲਿਖਿਆ ਬੰਦਾ ਹਾਂ, ਮੇਰੀ ਵਾਈਫ ਵੀ ਪੜ੍ਹੀ ਲਿਖੀ ਹੈ, ਸਾਡਾ ਪਰਿਵਾਰ ਹੈ, ਅਸੀਂ ਕੋਈ ਖਾਂਦੇ ਪੀਂਦੇ ਨਹੀਂ, ਸਾਡੀ ਫੈਮਿਲੀ ਬੜੀ ਵਧੀਆ ਹੈ, ਸਾਰਾ ਕੁਛ ਬਹੁਤ ਵਧੀਆ ਹੈ, ਪਰ ਸਾਡਾ ਬੱਚਾ ਜਿਹੜਾ ਆ ਇਹਨੂੰ ਪ੍ਰੋਬਲਮ ਹੈ। ਇਹਨੂੰ ਪ੍ਰੋਬਲਮ ਜਨਮਜਾਤ ਹੋਏਗੀ, ਕੋਈ ਫਿਜ਼ੀਕਲ ਲੈਵਲ 'ਤੇ ਕੋਈ ਚੈਲੰਜ ਹੋਏਗਾ, ਮੈਂਟਲੀ ਨਾ 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 ਬੜਾ ਵਧੀਆ ਸੀਗਾ, ਬਹੁਤ ਹੀ ਮੈਂਟਲੀ ਬੜਾ ਠੀਕ ਆ, ਸਭ ਕੁਛ ਠੀਕ ਆ, ਬਸ ਇਹੀ ਸਾਲ 2 ਸਾਲ ਹੋਇਆ ਆਹ ਚੀਜ਼ ਹੋ ਗਈ, ਆਹ ਚੀਜ਼ ਹੋ ਗਈ, ਆਹ ਚੀਜ਼ ਹੋ ਗਈ। ਹੁਣ ਕੀ ਆ, ਬੰਦਾ ਕਹਿੰਦਾ ਮਿਸਮੈਚ ਕਿਉਂ ਆ, ਇਹ ਮਿਸਮੈਚ ਕਿਉਂ ਹੈ ਭਾਈ। ਇਹ ਕਹਿ ਰਿਹਾ ਵੀ ਸਾਰਾ ਕੁਝ ਵਧੀਆ ਪਰ ਬੱਚਾ ਖਰਾਬ ਆ। ਬੱਚਾ ਕਿਵੇਂ ਖਰਾਬ ਹੋ ਸਕਦਾ? ਕੁਝ ਨਾ ਕੁਝ ਡੀਪ ਲੈਵਲ 'ਤੇ ਸੋਚਣ ਦੀ ਲੋੜ ਹੈ। ਫਿਰ ਉੱਥੇ ਉਹ ਕਹਿੰਦੇ ਨੇ ਕਿ ਭਾਈ ਓਨੈਸਟ ਹੋ। ਨੋ, ਇਸ਼ੂ ਜਿਹੜਾ ਹੈਗਾ ਤੁਸੀਂ ਜਿੰਨੀ ਦੇਰ ਤੱਕ ਉਹਨੂੰ ਬਾਹਰ ਓਪਨਲੀ ਨਹੀਂ ਕਹੋਗੇ ਸਾਨੂੰ ਪਤਾ ਨਹੀਂ ਲੱਗੇਗਾ। ਸੋ ਇੱਥੇ ਜਿਹੜੀ ਬਾਤ ਆ ਰਹੀ ਹੈ, ਗੁਰੂ ਬਾਬਾ ਜੀ ਕਹਿੰਦੇ ਦੂਜਾ ਪਾਏ ਰਚਨ। ਬੰਦਾ ਬਲੇਮ ਗੇਮ ਖੇਡ ਰਿਹਾ, ਆਲੇ ਦੁਆਲੇ ਲੱਭ ਰਿਹਾ, ਇਹਦਾ ਹੈ ਕਸੂਰ, ਇਹਦਾ ਹੈ ਕਸੂਰ, ਇਹਦਾ ਹੈ ਕਸੂਰ। ਬਾਣੀ ਕਹਿੰਦੀ ਆਪਣੇ ਤੇ ਆਪ ਤੇ ਉਂਗਲੀ ਕਿਉਂ ਨਹੀਂ ਧਰਦਾ। ਇਹ ਸ਼ਬਦ ਹੈ। ਆਪਾਂ ਉਸ ਦਿਨ ਵਿਚਾਰ ਰਹੇ ਸੀ ਨਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇੱਥੇ ਕਿਹਾ ਗਿਆ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਾਛੇ ਅਵਰ ਰਿਝਾਵੈ। ਆਪਣੇ ਮਨ ਤੇ ਪ੍ਰਬੋਧਨ ਕਰ। ਕਈ ਵਾਰ ਬੰਦੇ 'ਚ ਹੌਸਲਾ ਨਹੀਂ ਪੈਂਦਾ ਆਪਣੇ ਆਪ ਨੂੰ ਅਕਾਊਂਟੇਬਲ ਕਰਨ ਵਾਸਤੇ। ਗੁਰਬਾਣੀ ਕਹਿੰਦੀ ਅਰਦਾਸ ਕਰਿਆ ਕਰ, ਤਰਲਾ ਲਿਆ ਕਰ ਦਾਤਾ। ਜੇ ਇਹ ਚੀਜ਼ ਨਾ ਹੁੰਦੀ, ਕਦੀ ਤੁਸੀਂ ਇਹੋ ਜਿਹੇ ਬਚਨ ਨਾ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇਹ ਕੀ ਅਰਦਾਸ ਹੀ ਤੈ, ਹੋਰ ਕੀ ਹੈ? ਦਾਤਾ ਮੇਰੇ ਤੇ, ਮੈਂ ਆਪਣੇ ਆਪ ਤੋਂ ਕੀ ਉਮੀਦ ਕਰਾਂ, ਮੇਰੀ ਤੇ ਹਾਲਤ ਹੀ ਕੁਛ ਨਹੀਂ ਹੈਗੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਅਸੀਂ ਸ਼ਬਦ ਪੜ੍ਹਦੇ ਹੈਗੇ, ਦਾਤਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਓ, ਸੱਚ ਇਹ ਹੈ ਕਿ ਸਾਡੀ ਹਾਲਤ ਇਹ ਹੈ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਇਹ, ਮਨੁੱਖ ਹੋਣ ਦੇ ਨਾਤੇ ਸਾਡੀ ਤੇ ਹਾਲਤ ਇਹ ਹੈ, ਮਿੱਟੀ ਦੇ ਮਾਧੋ। ਪਰ ਇਹ ਹੈ ਸੈਲਫ ਅਨਾਲਿਸਿਸ ਕਰਨਾ, ਸ਼ਬਦ ਇਹ ਕਰਾਉਂਦਾ ਆ। ਬੰਦਾ ਇਸ ਪਾਸੇ ਨਹੀਂ ਜਾਂਦਾ, ਹੋਰ ਦੂਜੇ ਪਾਸੇ ਦੂਜਾ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ। ਇੱਕ ਅਜੀਬ ਹਾਲਤ ਲੱਗੀ ਹੈ ਅੱਜ ਜੋ ਅਸੀਂ ਦੁਨੀਆ ਪੱਧਰ 'ਤੇ ਵੇਖ ਰਹੇ ਹਾਂ ਨਾ, ਜਿਹੜਾ ਕ੍ਰਾਈਸਿਸ ਫੈਲ ਰਿਹਾ ਦੁਨੀਆ ਪੱਧਰ ਦੇ ਵਿੱਚ, ਉਹਦੇ ਵਿੱਚ ਵੱਡਾ ਰੀਜ਼ਨ ਕਿਸੇ ਹੋਰ ਚੀਜ਼ ਦਾ ਨਹੀਂ। ਜਿੰਨਾ ਮਸ਼ੀਨੀਕਰਨ ਹੋ ਗਿਆ ਆ, ਜਿਹਨੂੰ ਅਸੀਂ ਕਹਿੰਦੇ ਕਿ ਇਨੋਵੇਸ਼ਨ ਹੋ ਚੁੱਕੀ ਹੈ, ਜਿੰਨੀ ਪੜ੍ਹਾਈ ਆ ਗਈ ਹੈ, ਪਾਲਿਸੀ ਮੇਕਿੰਗ ਆ ਚੁੱਕੀਆਂ ਨੇ, ਬਜਟ ਬਣਾਉਣਾ, ਸਭ ਕੁਝ, ਵੀ ਹੈਵ ਈਚ ਐਂਡ ਐਵਰੀਥਿੰਗ ਓਵਰ ਹੇਅਰ। ਫਿਰ ਵੀ
ਤੁਸੀਂ ਦੇਖੋ ਇੱਕ ਅਜੀਬ ਅਨਸਰਟਨਟੀ, ਡਰ ਪੈ ਪਿਆ ਆ। ਮਤਲਬ ਇੰਝ ਲੱਗਦਾ ਕਿ ਸਭ ਇਕੋਨਮੀ ਖਤਮ ਹੋ ਜਾਣੀ ਹੈ, ਸਭ ਚੀਜ਼ਾਂ ਮੁੱਕ ਜਾਣੀਆਂ ਨੇ। ਸਭ ਇਹ ਸਭ ਕਿੱਥੋਂ ਆ ਰਿਹਾ ਹੈਗਾ ਹੈ? ਇਸ ਕਰਕੇ ਆ ਰਿਹਾ ਹੈ ਕਿਉਂਕਿ ਬੰਦੇ ਦਾ ਲਾਲਚ ਜਿਹੜਾ ਆ ਉਹ ਬਹੁਤ ਵੱਧ ਗਿਆ। ਤ੍ਰਿਸ਼ਨਾ, ਇਹ ਲਾਲਚ ਵਧਣ ਦੇ ਬੇਸਿਕ ਰੀਜ਼ਨਸ 'ਚ ਇਹ ਆ ਰਹੀ ਹੈ। ਜੋ ਆਪਣੇ ਕੋਲ ਆ ਕੁਛ ਵੀ ਨਹੀਂ ਦਿਸ ਰਿਹਾ, ਬੰਦੇ ਨੂੰ ਇਹ ਦਿਸ ਰਿਹਾ ਪਿਓ ਉਹ ਦੂਜਾ ਫਲਾਣਾ ਅੱਗੇ ਲੰਘ ਗਿਆ, ਮੈਂ ਪਿੱਛੇ ਰਹਿ ਗਿਆ, ਮੈਂ ਅੱਗੇ ਲੰਘਣਾ ਉਹਦੇ ਤੋਂ। ਬਸ ਇਸ ਰੇਸ ਵਿੱਚ ਅਜੀਬ ਤਰ੍ਹਾਂ ਦੀ ਹਾਲਤ ਆ, ਜਿਹੜੀ ਰੇਸ ਕਦੀ ਨਹੀਂ ਮੁੱਕਣੀ। ਜਿਹਨੂੰ ਗੁਰੂ ਮਹਾਰਾਜ ਨੇ ਬਾਣੀ 'ਚ ਕਿਹਾ ਸੀਗਾ ਕਿ ਇਹ ਜਿਹੜਾ ਆ, ਜਿਹੜੇ ਸੋ ਮਾਇਆ ਦੇ ਗੇੜ 'ਚ ਪਿਆ ਨਾ, ਇਹਦੇ 'ਚ ਤੈਨੂੰ ਕਦੀ ਵੀ ਜਿਹੜਾ ਹੈਗਾ ਸੰਤੋਖ ਨਹੀਂ ਮਿਲਣਾ, ਜਿੰਨੀ ਦੇਰ ਤੱਕ ਤੂੰ ਆਪਣੇ ਆਪ ਨੂੰ ਸੈਲਫ ਰਿਲਾਈਜੇਸ਼ਨ 'ਚ ਲੈ ਕੇ ਨਹੀਂ ਜਾਂਦਾ। ਤੇ ਸ਼ਬਦ ਦਾ ਵੀ ਇਹ ਵੀ ਤਸੱਵੁਰ ਆ। ਹੋਰ ਰੰਗ ਦੇਖੋ ਇਸ ਢੰਗ ਦੇ ਨਾਲ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਹੋਰ ਇਹਦੇ ਨਾਲ, ਕਿ ਜਿਵੇਂ ਸਪੋਜ਼ ਕਰੋ ਬੰਦੇ ਨੇ ਕੰਮ ਹੀ ਕਰਨਾ ਆ, ਤੇ ਬੰਦਾ ਇਤਨਾ ਲਾਲਚੀ ਹੋ ਜਾਏ, ਸਭ ਕਹਿੰਦੇ ਕਰ ਕਰ ਅਨਰਥ ਬਿਹਾਜੀ ਸੰਪੈ, ਅਨਰਥ ਕਰਨ ਲੱਗ ਜੇ, ਅਨਰਥ ਆਪਣੇ ਆਪ ਨਾਲ 18 ਘੰਟੇ 20 ਘੰਟੇ, ਬਸ ਇੰਝ ਲੱਗਦਾ ਵੀ ਲੱਗਾ ਹੀ ਪਿਆ ਉਸ ਰੂਪ ਦੇ ਵਿੱਚ। ਲੌਂਗ ਰਨ ਦੇ ਵਿੱਚ ਜਾ ਕੇ ਝਾਤ ਮਾਰ ਕੇ ਦੇਖੇ ਕਿ 2-4 ਦਿਨਾਂ ਦੀ ਖੇਡ ਤੇ ਹੈ ਨਹੀਂ ਗੀ। ਇਹਦੇ ਉਮਰ ਭਰ ਦਾ ਜਿਹੜਾ ਹੈਗਾ ਸਾਡਾ ਕਸਬ ਆ, ਸਾਡਾ ਇਸ ਤਰੀਕੇ ਦਾ ਇੱਕ ਸਾਡੀ ਵੇ ਆਫ ਲਾਈਫ ਆ, ਕੰਮ ਕਰਨਾ, ਸਭ ਕੁਛ ਕਰਨਾ। ਕਿਉਂ ਇਸ ਲੈਵਲ ਤੇ ਤੰਗ ਕਰ ਰਹੇ ਆਪਣੇ ਆਪ ਨੂੰ? ਸਰੀਰ ਓਵਰ ਯੂਜ਼ ਕਰ ਲੇਗਾ, ਅਬਿਊਜ਼ ਕਰ ਲੇਗਾ। ਜਦੋਂ ਇਸ ਤਰੀਕੇ ਨਾਲ ਹੋਏਗਾ ਦੁਖੀ ਹੋਏਗਾ। ਇੱਥੇ ਅਕਲ ਚਾਹੀਦੀ ਹੈ। ਪਰ ਉਹ ਆਵੇ ਕਿਵੇਂ? ਜਦੋਂ ਆਲੇ ਦੁਆਲੇ ਵੇਖਦਾ ਆ, ਅੰਦਰ ਅੱਗ ਮੱਚਦੀ ਹੈ। ਫਲਾਣੇ ਦਾ ਘਰ ਵੱਡਾ, ਫਲਾਣੇ ਦੀ ਕਾਰ ਵੱਡੀ, ਫਲਾਣੇ ਕੋਲ ਜ਼ਿਆਦਾ ਸਰਮਾਇਆ। ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਸ ਸਾਰੇ ਵਿੱਚ ਉਹਨੂੰ ਕਹੋ ਭਾਈ ਸਾਹਿਬ ਪਾਠ ਕਰਿਆ ਕਰ। ਨੋ ਡਾਊਟ ਕਰ ਲੇਗਾ, ਕਿਤੇ ਲੰਘਦਾ ਭੱਜਦਾ ਵੜਦਾ ਥੋੜ੍ਹਾ ਬਹੁਤਾ, ਗੁਰਦੁਆਰੇ ਆ ਜਾਏਗਾ, ਕਿਤੇ ਭੱਜਦਾ ਨੱਠਦਾ ਥੋੜ੍ਹਾ ਬਹੁਤਾ। ਪਰ ਜਿਹੜਾ ਪਾਠ ਕਰਨ ਦਾ ਅਸਲ ਮਾਇਨਾ ਆ, ਸਿਟ ਵਿਦ ਯੂਰ ਸੈਲਫ, ਦੈਟ ਇਜ਼ ਪਾਠ। ਪਹਿਲੀ ਪ੍ਰਾਇਮਰੀ ਕੰਡੀਸ਼ਨ ਇਹਦੀ ਹੈ। ਗੁਰਦੁਆਰੇ ਆ, ਇਹ ਪੂਜਾ ਦਾ ਕੇਂਦਰ ਨਹੀਂ ਹੈਗਾ। ਤੁਸੀਂ ਆਏ, ਧੋਖ ਮਾਰੀ ਤੇ ਨੱਠ ਗਏ। ਇਹ ਹੈ ਸੈਲਫ ਰਿਫਲੈਕਸ਼ਨ ਵਾਸਤੇ, ਸੈਲਫ ਐਜੂਕੇਸ਼ਨ ਵਾਸਤੇ। sit here, spend a little bit time, try to actually grab some kind of message from here. That's why we actually ask for prasad. सिर्फ प्रसाद ते हावल नहीं है, प्रसाद कुछ मैसेज, कुछ सुनेहा, कुछ संदेश सुरत वास्ते है। ਹੁਣ ਜਿਹੜਾ ਬੰਦਾ ਇਸ ਲੈਵਲ ਤੇ ਹੈ ਕਿ ਉਹਨੂੰ ਆਪਣੇ ਫਿਜ਼ੀਕਲ ਆਪਣੀ ਜਿਹੜੀ ਹੈਗੀ ਹੈ ਹੈਲਥ ਖਰਾਬ ਹੋ ਰਹੀ, ਉਹਦਾ ਨਹੀਂ ਪਤਾ। ਜੇ ਕਿਤੇ ਉਹੋ ਜਿਹਾ ਕੰਮ, ਐਕਸਰਸਾਈਜ਼ ਨਹੀਂ ਕਰਨੀ, ਵਾਕ ਨਹੀਂ ਕਰਨੀ, ਲੀਜ਼ਰ ਐਕਟੀਵਿਟੀ ਕੋਈ ਨਹੀਂ ਹੈ, ਫਰੈਂਡਸ ਕੋਲ ਫੈਮਿਲੀ ਕੋਲ ਬਹਿਣ ਦਾ ਟਾਈਮ ਨਹੀਂ ਹੈ, ਹੁਣ ਇਹ ਸਾਰੇ ਦੇ ਵਿੱਚ ਉਹਨੂੰ ਕਹੋ ਪਾਠ ਕਰ, ਉਹਨੂੰ ਪਾਠ ਬਾਰੇ ਕੀ ਪਤਾ? ਇਹ ਹੈ ਸ਼ਬਦ ਨਾਲ ਨਾ ਰਚ ਸਕਣਾ, ਕਿਤੇ ਹੋਰ ਰਚਿਆ ਹੈ ਬੰਦਾ। ਅੱਜ ਕੱਲ੍ਹ ਤੇ ਘਰਾਂ ਥਾਵਾਂ ਤੇ ਹੋ ਗਿਆ, ਬੰਦਾ ਕਹਿੰਦਾ ਛੁੱਟੀ ਅੱਜ ਹੀ ਮੈਂ ਫੈਮਿਲੀ ਨਾਲ ਕਾਹਦੇ ਵਾਸਤੇ? ਡਿਵਾਈਸ ਨਾਲ। ਨੋ ਫੈਮਿਲੀ, ਦੇਰ ਇਜ਼ ਨੋ ਫੈਮਿਲੀ ਟਾਈਮ, ਜਸਟ ਡਿਵਾਈਸਿਸ ਟਾਈਮ। ਆਈਦਰ they have actually in their hands and otherwise on screen ਵੱਡੀ ਟੀਵੀ ਚੱਲ ਰਿਹਾ ਹੈ। ਜਿਹਨੂੰ ਕਿਹਾ ਜਾਂਦਾ ਹੈ ਕਿ ਬੰਦੇ ਦਾ ਪ੍ਰੋਡਕਟਿਵ ਟਾਈਮ ਹੋਏ, ਕ੍ਰੀਏਟਿਵ ਟਾਈਮ ਹੋਏ, ਮੀਨਿੰਗਫੁਲ ਟਾਈਮ ਹੋਏ, ਵੇਅਰ ਇਜ਼ ਦੈਟ? ਸੋ ਇਸ ਸਾਰੇ ਸਿਨੈਰੀਓ ਦੇ ਵਿੱਚ ਤ੍ਰਿਸ਼ਨਾ ਇੱਕ ਮੇਨ ਡਰਾਈਵਿੰਗ ਫੋਰਸ ਬਣ ਗਈ, ਜਿਹੜੀ ਇਹ ਵਾਰ-ਵਾਰ। ਤੇ ਫਿਰ ਇਹ ਹੈ ਜਿੱਥੇ ਅੱਜ ਖੜਾ ਹੈ, ਥੋੜ੍ਹਾ ਐਨਾਲਿਸਿਸ ਕਰਕੇ ਵੇਖ ਪਿੱਛੇ ਜੇ ਦੇਖਿਆ ਜਾਏ ਤੇ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚ ਗਏ ਆ। ਹਰ ਬੰਦਾ ਦੇਖ ਸਕਦਾ ਆ। ਫਾਈਨੈਂਸ਼ੀਅਲੀ ਅਪਲਿਫਟਿੰਗ ਹੋਈ ਹੈ ਵੱਡੇ ਲੈਵਲ ਤੇ। ਫਿਰ ਇਕੱਲਾ ਹੀ ਨਹੀਂ, ਆਪਣੇ ਤੋਂ ਨੀਵਿਆਂ ਵੱਲ ਵੀ ਦੇਖ, ਫਿਰ ਪਤਾ ਲੱਗੇਗਾ ਕਿ ਨੋ ਡਾਊਟ। ਫਿਰ ਆਪਣੀ ਲੋੜ ਨੂੰ ਦੇਖ। ਲੋੜ ਜੇ ਸਪੋਜ਼ ਕਰੋ, ਅੱਜ ਦਾ ਇੱਕ ਬੜਾ ਸਕਾਲਰ ਜਿਹੜਾ ਐਨਾਲਿਸਿਸ ਕਰਕੇ ਕਹਿੰਦਾ ਹੈ ਵੀ 1 person works his or her whole life and produce actually enough amount of properties or money, all these things, and one day that person dies. And when that person dies, that day someone actually calculate his or her whole wealth and actually finds out that he or she has left around $1 million property. ਇਹਦਾ ਮਤਲਬ ਇਹ ਹੈ
ਕਿ ਉਹਨੇ 1 ਮਿਲੀਅਨ 10 ਲੱਖ ਡਾਲਰ ਦੀ ਪ੍ਰਾਪਰਟੀ ਪਿੱਛੇ ਛੱਡ ਗਿਆ। ਜੇ ਉਹਦੀ ਪੂਰੀ ਜ਼ਿੰਦਗੀ ਦੀ ਕਮਾਈ ਦੇਖੀ ਜਾਏ ਤਾਂ ਉਹਨੇ ਜ਼ਿੰਦਗੀ ਦੀ ਕਿੰਨੀ ਕਮਾਈ ਕੀਤੀ? ਅਰਾਊਂਡ ਜੀ 2 ਮਿਲੀਅਨ ਡਾਲਰ। 1 ਮਿਲੀਅਨ ਡਾਲਰ ਖਰਚ ਗਿਆ ਤਨਖਾਹ ਦੇ ਮੁਤਾਬਕ। 1 ਮਿਲੀਅਨ ਡਾਲਰ ਇੱਥੋਂ ਪਤਾ ਲੱਗਦਾ 1 ਮਿਲੀਅਨ ਡਾਲਰ ਦੇ ਜਿਹੜਾ ਕਮਾ ਕੇ ਛੱਡ ਕੇ ਗਿਆ ਉਹ ਲਾਈਫ ਵੇਸਟ ਕਰਕੇ ਗਿਆ ਆਪਣੀ, ਕਿਉਂਕਿ ਉਹਦੇ ਤੇ ਕਿਸੇ ਵਰਥ ਹੀ ਨਹੀਂ ਗਿਆ। ਦੈਟ ਇਜ਼ ਟੋਟਲੀ ਵੇਸਟ ਆਫ ਲਾਈਫ, ਨਥਿੰਗ ਐਲਸ। ਜਦੋਂ ਬਹੁਤ ਜ਼ਿਆਦਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਭੱਜ ਜਾਈਏ, ਭਾਂਜਵਾਦੀ ਹੋ ਜਾਈਏ। ਕਮਾਉਣਾ ਜੋੜਨਾ ਸਭ ਠੀਕ ਹੈ, ਪਰ ਇਹ ਵੀ ਦੇਖ ਕਿਤੇ ਤ੍ਰਿਸ਼ਨਾ ਤੇ ਨਹੀਂ, ਕਿਤੇ ਐਸੀ ਚੀਜ਼ ਤੇ ਨਹੀਂ ਜਿਹਦੀ ਚਾਹੀਦੀ ਨਹੀਂ ਉਹਦੇ ਮਗਰ ਭੱਜ ਰਿਹਾ ਹੈਗਾ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀਗਾ ਕਿ ਰਾਖ ਲਿਓ ਇਹ ਬਿਖੀ ਜੀਓ ਦੇਖੇ ਆਪਣਾ ਨਾਉ, ਜਾਂ ਤੇ ਨਾ ਹੀ ਕੋ ਸੁਖੀ, ਜਿਸ ਚੀਜ਼ ਤੋਂ ਕੋਈ ਸੁਖੀ ਨਹੀਂ ਹੋਇਆ। ਤ੍ਰਿਸ਼ਨਾ ਸਾੜੇ ਵਿੱਚੋਂ ਕਿਹਨੂੰ ਕਿਹਨੂੰ ਸੁੱਖ ਮਿਲਿਆ ਹੈਗਾ? ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਤਿਸ਼ਨਾ ਭੁੱਖ ਨਾ ਉਤਰੈ ਅਨੰਦਿਨ ਜਲਤ ਫਿਰਨ। ਅਨੰਦਿਨ ਜਲਤ ਫਿਰਨ। ਅੱਜ ਐਂਗਰ ਮੈਨੇਜਮੈਂਟ, ਜੇ ਅਸੀਂ ਉਹ ਦੇਖਦੇ ਹਾਂ ਨਾ ਅਸੈਸਮੈਂਟ ਕਿੱਟ ਐਂਗਰ ਮੈਨੇਜਮੈਂਟ ਵਾਸਤੇ ਅਸੈਸ ਕਰਨ ਲਈ, ਆਪ ਆਈਡੀਆ ਲਾਓ, ਰੈਂਡਮਲੀ 10 ਬੰਦਿਆਂ ਨੂੰ ਆਵਾਜ਼ ਮਾਰ ਕੇ ਉਹਨਾਂ ਨੂੰ ਜਿਹੜਾ ਹੈਗਾ ਉਹਦੇ 'ਚ ਤੁਸੀਂ ਉਹਨਾਂ ਤੋਂ ਕੁਐਸਚਨ ਆਨਸਰ ਕਰੋ, ਤੁਹਾਨੂੰ ਪਤਾ ਲੱਗੇਗਾ 8 ਵਿੱਚੋਂ 10 ਵਿੱਚੋਂ ਜ਼ਿਆਦਾ ਨਹੀਂ ਤੇ 7 ਜਾਂ 8 ਬੰਦੇ ਉਸ ਕ੍ਰਾਈਟੀਰੀਆ 'ਚ ਫਿੱਟ ਆ ਰਹੇ ਨੇ। ਇਹ ਕੀ ਹੈ? ਜਲਤ ਫਿਰਨ, ਅੱਗ, ਫਰਸਟ੍ਰੇਸ਼ਨ ਸਿਰ ਨੂੰ ਚੜੀ ਹੈ। ਐਵੇਂ ਨਹੀਂ ਘਰਾਂ ਦੇ ਵਿੱਚ ਮਾੜੀ ਮਾੜੀ ਗੱਲ ਦੇ ਉੱਤੇ ਜਿਹੜੀ ਹੈਗੀ ਹੈ ਉਸ ਤਰੀਕੇ ਨਾਲ ਐਕਸਲੇਟ ਹੋ ਜਾਂਦੀ ਸਿਚੁਏਸ਼ਨ। ਇਹ ਸਭ ਚੀਜ਼ਾਂ ਕਿਉਂਕਿ ਬੰਦਾ ਭਰਿਆ ਪਿਆ, ਬਸ ਤੁਸੀਂ ਮਾੜਾ ਜਿਹਾ ਟੱਚ ਹੀ ਕਰਨਾ ਤੇ ਭਰਿਆ ਇਸ ਕਰਕੇ ਨਹੀਂ ਪਿਆ ਕਿਉਂਕਿ ਫੈਮਿਲੀ ਆਖੇ ਲੱਗ ਰਹੀ, ਦੂਜੀ ਨਾ ਭਰਿਆ ਇਸ ਕਰਕੇ ਨਹੀਂ ਪਿਆ ਕਿਉਂਕਿ ਐਕਸਪੈਕਟੇਸ਼ਨਸ ਇਤਨੀਆਂ ਜ਼ਿਆਦਾ ਨੇ ਆਪਣੇ ਤੋਂ, ਆਲੇ ਦੁਆਲੇ ਤੋਂ ਫੁੱਲਫਿਲ ਨਹੀਂ ਹੁੰਦੀਆਂ, ਤੜਪ ਰਿਹਾ। ਜਿਹਨੂੰ ਸਾਹਿਬ ਕਹਿੰਦੇ ਜੀੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਘਾਤੀ, ਅੰਦਰ ਹਨੇਰੀ ਚੱਲ ਰਹੀ ਹੈ। ਜਿਹੜਾ ਪਾਠ ਆ, ਜਿਹੜਾ ਸਿਮਰਨ ਆ, ਇਹ ਕੁਝ ਸ਼ਾਂਤੀ ਦਿੰਦਾ ਆ, ਟਿਕਾ ਦਿੰਦਾ ਆ, ਮਨ ਦੇ ਠਹਿਰਾ ਦਿੰਦਾ ਆ। ਉਸ ਤੋਂ ਬਿਨਾਂ ਜੀਵਨ ਦੇ ਵਿੱਚ ਪ੍ਰੋਪਰਲੀ ਬੰਦਾ ਜਿਹੜਾ ਹੈਗਾ ਉਹ ਨਹੀਂ ਆਪਣੇ ਆਪ ਨੂੰ ਲਿਜਾ ਸਕਦਾ। ਗੁਰੂ ਮਹਾਰਾਜ ਨੇ ਇੱਥੇ ਬਿਆਨ ਕੀਤਾ, ਅਨਦਿਨ ਜਲਤ ਫਿਰਨ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ। ਦੁਸ਼ਟਾਂ ਨਾਲ ਦੋਸਤੀ, ਫਿਰ ਦੋਸਤੀ ਕਿਹਦੇ ਨਾਲ ਹੋਏਗੀ? ਸਪੋਜ਼ we can see we have so many thoughts inside us. One thought is telling me some kind of anger. One thought is showing me some kind of ego inside me. And I'm taking care of those thoughts. I'm letting them happen in my inside, letting them actually process inside me. That means मेरी दोस्ती माड़े thoughts ਨਾਲ ਹੋ ਗਈ। ਉਹਦੇ ਬਿਲਕੁਲ comparatively ਐਂਗਰ ਦੇ ਬਜਾਏ ਫੋਰਗਿਵਨੈਸ ਦਾ ਥਾਟ ਆ ਰਿਹਾ ਹੈ, ਲੈਟ ਇਟ ਗੋ, ਡੋਂਟ ਵਰੀ, ਆਈ ਡੋਂਟ ਲਾਈਕ ਇਟ। ਮੈਨੂੰ ਉਹ ਥਾਟ ਚੰਗਾ ਨਹੀਂ ਲੱਗ ਰਿਹਾ, ਮੈਂ ਲੱਗਦਾ ਨਾ ਮੈਨੂੰ ਇਹ ਥਾਟ ਨਹੀਂ ਚਾਹੀਦਾ। ਇਹਦਾ ਮਤਲਬ ਮੇਰੀ ਸੰਤ ਬਿਰਤੀ ਨਾਲ ਵੈਰ ਹੋ ਗਿਆ। ਇਹ ਇਨਸਾਈਡ ਮੈਂ ਦੀ ਗੱਲ ਕਰ ਰਿਹਾ ਅਜੇ, ਵਟ ਇਜ਼ ਹੈਪਨਿੰਗ ਇਨਸਾਈਡ ਮੀ। ਜਦੋਂ ਉਸੇ ਚੀਜ਼ ਨੂੰ ਮੈਂ ਐਗਜ਼ੀਕਿਊਟ ਕਰਾਂਗਾ ਫਿਰ ਹੁਣ ਬੰਦਾ ਕਿਹੜਾ ਚੰਗਾ ਲੱਗੇਗਾ? ਜਿਹਦੇ ਦੁਸ਼ਟਤਾ ਹੀ ਹੈ, ਜਿਹਦੇ, ਕਿਉਂਕਿ ਇੱਕ ਯੂਕੇ 'ਚ ਸਟੱਡੀ ਹੋਈ ਸੀ, ਕਈ ਵਾਰ ਘਰਾਂ ਥਾਵਾਂ 'ਤੇ ਤੁਸੀਂ ਦੇਖਿਆ ਹੋਏਗਾ, ਖਾਸ ਕਰਕੇ ਜਦੋਂ ਟੀਨ ਏਜ ਤੋਂ ਐਡੋਲਸੈਂਸ ਵਾਲੇ ਪਾਸੇ ਬੱਚੇ ਵੱਧਦੇ ਨੇ, ਐਂਡ ਮੋਸਟ ਆਫ ਦੈਮ ਐਕਚੁਅਲੀ ਦੇ ਟਰਾਈ ਟੂ ਸ਼ੋ ਸਮ ਕਾਈਂਡ ਆਫ ਰਿਬੈਲੀਅਸਨੈਸ, ਉਹ ਰਿਬੈਲੀਅਸ ਬਣਦੇ ਨੇ ਥੋੜ੍ਹੇ ਜਿਹੇ। ਮਾਪੇ ਤੰਗ ਵੀ ਹੁੰਦੇ ਨੇ ਕਿਉਂਕਿ ਅਕਸਰ ਨਵੀਂ ਜਨਰੇਸ਼ਨ 'ਤੇ ਜਿਹੜੀ ਪਹਿਲੀ ਜਨਰੇਸ਼ਨ ਉਹਦੇ 'ਚ ਥੋੜ੍ਹਾ ਟਕਰਾਅ ਹੁੰਦਾ, ਅਤੇ ਇਹ ਜ਼ਰੂਰੀ ਵੀ ਹੈ, ਲਾਜ਼ਮੀ ਵੀ ਹੈ, ਕਿਉਂਕਿ ਉਹ ਇੱਕ ਨਵੇਂ ਬਲੱਡ ਦੇ ਨਾਲ, ਨਵੇਂ ਆਈਡੀਆ ਨਾਲ, ਨਵੀਂ ਐਨਰਜੀ ਨਾਲ ਆ ਰਹੇ ਨੇ। ਕਈ ਵਾਰ ਉਹ ਲਿਮਿਟ ਕ੍ਰਾਸ ਕਰਦੇ ਨੇ ਉਸ ਢੰਗ ਦੇ ਨਾਲ। ਫਿਰ ਸਾਡੇ ਕੋਲ ਬੜਾ ਸਿੰਪਲ ਤਰੀਕਾ ਹੁੰਦਾ ਵੱਡਿਆਂ ਕੋਲ, ਮਾਂ ਬਾਪ ਕੋਲ, ਸਾਡਾ ਬੱਚਾ ਤਾਂ ਠੀਕ ਹੈ, ਮਤਲਬ ਆਪਣੇ ਬਲੱਡ ਨੂੰ ਕਿਵੇਂ ਅਸੀਂ ਨਿੰਦ ਸਕਦੇ ਹਾਂ? ਇਟਸ ਨਾਟ ਪੋਸੀਬਲ ਫਾਰ ਅਸ। ਪਰ ਕੰਮ ਤੇ ਮਾੜੇ ਕਰ ਰਿਹਾ ਹੈ, ਆਖੇ ਨਹੀਂ ਲੱਗ ਰਿਹਾ, ਇਹ ਰਿਬੈਲੀਅਸ ਹੋ ਰਿਹਾ। ਐਕਚੁਅਲੀ ਇਹਦਾ ਕਸੂਰ ਨਹੀਂ, ਇਹ ਨਾ ਮਾੜਿਆਂ ਦੀ ਸੰਗਤ 'ਚ ਆ ਗਿਆ। ਹੁਣ ਮਾੜੇ ਮੁੰਡਿਆਂ ਦਾ ਪ੍ਰਭਾਵ ਪੈ ਗਿਆ, ਮਾੜੇ ਬੱਚਿਆਂ ਦਾ ਪ੍ਰਭਾਵ ਪੈ ਗਿਆ, ਉਹਨਾਂ ਦੇ ਕਰਕੇ ਇਹ ਹੋ ਰਿਹਾ। ਉਹਨਾਂ ਨੇ ਇੱਕ ਸਟੱਡੀ ਕੰਡਕਟ ਕੀਤੀ, ਆਪਾਂ ਉਹ ਮਾੜੇ ਮੁੰਡੇ ਲੱਭੀਏ ਜਿਹੜੇ ਦੂਜਿਆਂ ਨੂੰ ਮਾੜੇ ਬਣਾਉਂਦੇ ਨੇ। ਐਂਡ ਆਫ ਦਾ ਡੇ ਦੇ ਵਰ ਨੋਟ ਏਬਲ ਟੂ ਫਾਈਂਡ ਆਊਟ ਐਨੀਵਨ। ਐਵਰੀ ਫੈਮਿਲੀ ਵਾਜ਼ ਸੇਇੰਗ ਆਵਰ ਕਿਡ ਇਜ਼ ਰੀਅਲੀ ਗੁੱਡ, ਅਨਦਰਸ ਆਰ ਦੇ ਆਰ ਐਕਚੁਅਲੀ ਯੂ ਕੈਨ ਸੇ ਬੈਡ ਐਕਸ। ਸੋ ਉਹਨਾਂ ਨੂੰ ਤੁਸੀਂ ਫੋਲੋ ਕਰੋ, ਉਹਨਾਂ ਨੂੰ ਦੇਖੋ, ਉਹਨਾਂ ਨੂੰ ਦੇਖੋ।
ਹਕੀਕਤ ਇਹ ਹੈ ਜਿਹੜਾ ਸੇਮ ਲਾਈਕ ਮਾਈਂਡਡ ਕਰਾਊਡ ਆ ਇਹ ਆਪਸ ਵਿੱਚ ਅੰਗੇਜ ਹੁੰਦਾ ਹੈ ਹਮੇਸ਼ਾ। ਅੱਜ ਕੱਲ੍ਹ ਤੇ ਕਾਉਂਸਲਿੰਗ 'ਚ ਗੱਲ ਹੋ ਗਈ ਹੈ ਕਿ ਬੱਚੇ ਨੂੰ ਪੁੱਛਣ ਦੀ ਲੋੜ ਹੀ ਇਹਨਾਂ ਨੂੰ ਕੀ ਇਸ਼ੂ ਹੈ, ਉਹਦਾ ਫਰੈਂਡ ਸਰਕਲ ਦੇਖੋ ਕੌਣ ਹੈ। ਜਿਹੋ ਜਿਹੇ ਫਰੈਂਡਸ ਉਹਨੂੰ ਅਪੀਲ ਕਰ ਰਹੇ ਨੇ, ਜਿਹੋ ਜਿਹੇ ਫਰੈਂਡਸ ਦੇ ਵਿੱਚੋਂ ਰਹਿਣਾ ਪਸੰਦ ਕਰਦਾ ਆ, ਸਮਝੋ ਦੀ ਸਟੇਟ ਆਫ ਮਾਈਂਡ ਬਿਲਕੁਲ ਉਹ ਹੈਗੀ ਹੈ। ਇੱਥੇ ਗੁਰੂ ਬਾਬਾ ਜੀ ਕਹਿੰਦੇ ਜਦੋਂ ਅੰਦਰ ਦੁਸ਼ਟਤਾ ਚੱਲ ਰਹੀ ਹੈ, ਦੁਸ਼ਟ ਬਿਰਤੀ ਪਸੰਦ ਆ, ਮਤਲਬ ਕੰਪੈਸ਼ਨ ਦੇ ਮੁਕਾਬਲਤਨ ਬੰਦੇ ਨੂੰ ਜਿਹੜਾ ਹੇਟਰਡ ਆ ਉਹ ਜ਼ਿਆਦਾ ਚੰਗਾ ਲੱਗ ਰਿਹਾ ਹੈਗਾ। ਬੰਦੇ ਨੂੰ ਫੋਰਗਿਵਨੈਸ ਦੀ ਥਾਂ ਤੇ ਰਿਵੈਂਜ ਚੰਗਾ ਲੱਗ ਰਿਹਾ ਹੈਗਾ। ਬੰਦੇ ਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਨਾਲ ਪਿਆਰ ਸਨੇਹ ਕਰਨ ਦੀ ਬਜਾਏ ਅੰਦਰ ਈਰਖਾ ਦੁਆਖ ਚੰਗਾ ਲੱਗ ਰਿਹਾ ਹੈਗਾ। ਦੁਸ਼ਟ ਨਾਲ ਤੇ ਦੋਸਤੀ ਹੋ ਗਈ ਅੰਦਰ। ਹੁਣ ਇਸ ਦੁਸ਼ਟ ਬਿਰਤੀ ਦੇ ਵਿੱਚ ਉਹ ਡੈਫੀਨੇਟਲੀ ਕਿਸ ਪਾਸੇ ਨੂੰ ਜਾਏਗਾ। ਬਾਬਾ ਜੀ ਬਚਨ ਕਹਿੰਦੇ ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ। ਜਿਹੜੀ ਸੰਤ ਬਿਰਤੀ ਹੈ, ਜਿਹੜੇ ਚੰਗੇ ਥਾਟ ਸੀਗੇ, ਉਹਨਾਂ ਨੂੰ ਨਾ ਪਰਸੀਵ ਕੀਤਾ। ਜਿਵੇਂ ਸਪੋਜ਼ ਸਰਲ ਭਾਵ ਵਿੱਚ ਕਿਹਾ ਜਾਏ, ਘਰ ਦੇ ਵਿੱਚ ਤੁਸੀਂ ਬੱਚੇ ਨਾਲ ਟਾਕ ਕਰੋ ਅਤੇ ਬੱਚੇ ਨੂੰ 10-12 ਗੱਲਾਂ ਦੱਸੋ। 10-12 ਗੱਲਾਂ ਦੇ ਵਿੱਚ ਉਹਨੂੰ ਚੰਗੀਆਂ ਚੰਗੀਆਂ ਗੱਲਾਂ ਦੱਸੋ, ਪਿਆਰ ਨਾਲ ਦੱਸੋ। ਤੁਹਾਨੂੰ ਪਤਾ ਲੱਗੇਗਾ ਵੀ ਉਹ ਅਟੈਂਸ਼ਨ ਹੀ ਪੇ ਨਹੀਂ ਕਰ ਰਿਹਾ, ਬਲਕਿ ਇੱਧਰ ਉੱਧਰ ਦੇਖ ਰਿਹਾ ਹੈ। ਦੈਨ ਤੁਸੀਂ ਇੱਕਦਮ ਉਹਨੂੰ ਕਹਿੰਦੇ ਹੋ ਵੀ ਓਏ ਤੂੰ ਸੁਣਦਾ ਨਹੀਂ ਬਾਤ ਮੇਰੀ, ਮੈਂ ਤੈਨੂੰ। ਉਹ ਰਾਈਟ ਵੇ ਨੋਟਿਸ ਕਰੇਗਾ ਤਾਂ ਰਾਈਟ ਵੇ ਕਹੇਗਾ ਯੂ ਆਰ telling me I should not be angry, I should not be actually having any frustration. Look at you. ਉਹ ਤੂੰ ਇਹ ਚੀਜ਼ ਨੋਟ ਕਰ ਲਈ, but how about what I was talking from last actually 5 minutes? ਕਿਉਂਕਿ ਬਿਰਤੀ ਇਸ ਕਿਸਮ ਦੀ ਹੈ। ਇੱਥੇ ਲੱਗਾ ਸੰਤ ਬਿਰਤੀ ਝਾਤ ਨਹੀਂ ਹੈ, ਦੁਸ਼ਟ ਬਿਰਤੀ ਵਾਲੇ ਪਾਸੇ ਸਾਂਝ ਆ। ਸੋ ਉਹਦੀ ਬਾਤ ਹੋਈ, ਸਭ ਜ਼ਿਕਰ ਕਰਦੇ ਸੰਤਾਂ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਓ। ਕੁਟੰਬ ਸਿਓ, ਕੁਟੰਬ ਕੋੜਮਾ ਮਤਲਬ ਨੀਅਰ ਡੀਅਰਸ, ਜਿਹੜੇ ਕੋਲ ਫੈਮਿਲੀ ਪਰਿਵਾਰ ਹੁੰਦਾ ਹੈ, ਉਹਨੂੰ ਸਾਰਿਆਂ ਨੂੰ ਲੈ ਕੇ ਡੁੱਬੇਗਾ। ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਤੌਫੀਕੀਅਤ ਦੇ, ਚੰਗਾ ਬੰਦਾ ਆਲੇ ਦੁਆਲੇ ਚੰਗਿਆਈ ਫੈਲਾਏਗਾ, ਚੰਗਿਆਂ ਹੋਰਾਂ ਨੂੰ ਬਚਾ ਲਏਗਾ। ਮਾੜਾ ਬੰਦਾ ਨੋ ਡਾਊਟ ਗੱਲ ਤੇ ਇਨਫਲੂਐਂਸ ਤੇ ਖੜੀ ਹੈ ਸਾਰੀ, ਪਰ ਜੇ ਮਾੜੇ ਦਾ ਇਨਫਲੂਐਂਸ ਲਗਾਤਾਰ ਵੱਧਦਾ ਜਾਏ, ਉਹ ਆਲੇ ਦੁਆਲੇ ਨੂੰ ਡੁਬੋਲੇਗਾ। ਆਪ ਹੀ ਨਹੀਂ ਇਕੱਲਾ ਜਾਏਗਾ, ਆਪਣੇ ਪਰਿਵਾਰ ਨੂੰ ਡੁਬੋਲੇਗਾ ਅਤੇ ਫੈਮਲੀਜ਼ ਡਿਸਟਰੋਏ ਹੋ ਜਾਂਦੀਆਂ ਨੇ। ਦੁਸ਼ਟ ਦੀ ਗੱਲ ਹੋ ਰਹੀ, ਦੁਸ਼ਟ ਕ੍ਰੋਧ ਤੋਂ ਵੱਡਾ ਦੁਸ਼ਟ ਕਿਹੜਾ ਆ? ਹੰਕਾਰ ਤੋਂ ਵੱਡਾ ਦੁਸ਼ਟ ਕਿਹੜਾ ਆ? ਬਦਲਾਖੋਰੀ ਤੋਂ ਵੱਡਾ ਦੁਸ਼ਟ ਕਿਹੜਾ ਆ? ਤੇ ਆਪ ਦੇਖੋਗੇ ਜੇ ਕਿਤੇ ਇਹੋ ਜਿਹੇ ਦੁਸ਼ਟ ਨਾਲ ਦੋਸਤੀ ਲੱਗ ਜੇ, ਬੰਦਾ ਆਪਣੀ ਲਾਈਫ ਤੇ ਹੈਲ ਬਣਾਉਂਦਾ, ਪੂਰੀ ਫੈਮਿਲੀ ਦੀ ਬਣਾ ਦਿੰਦਾ। whole family actually has to suffer due to actually one person's choice or one person's mistakes. So here Maharaj is giving example, aap dubbe kutumb se sagle kul duban, sagle kul duban। ਹੁਣ ਅਸੀਂ ਮਾਫੀ ਮੰਗਾਂਗਾ, ਮੈਂ ਕਹਿੰਦਾ ਕਿ ਇਹ ਵਰਡ ਹੀ ਐਲੀਮੀਨੇਟ ਹੋ ਜਾਣਾ ਚਾਹੀਦਾ, ਬ੍ਰੋਕਨ ਫੈਮਲੀਜ਼। ਬਟ ਵੀ ਐਕਚੁਅਲੀ ਗੋ ਥਰੂ ਐਵਰੀ ਡੇ ਵਿਦ ਡਿਫਰੈਂਟ ਕਾਈਂਡ ਆਫ ਕਾਉਂਸਲਿੰਗ ਸਰਵਿਸਿਜ਼। ਉਹ 'ਚ ਅਸੀਂ ਦੇਖਦੇ ਹੈਗੇ ਆ, ਇੱਕ ਫੈਮਿਲੀ ਦੇ ਵਿੱਚ ਹਿਸਟਰੀ ਅੱਛੋ ਹੈ, ਕੁਛ ਕੀ ਫੈਮਿਲੀ ਬ੍ਰੋਕਨ ਆ, ਕੁਛ ਇਸ਼ੂ ਆ ਇਸ ਤਰੀਕੇ ਦੇ ਨਾਲ। ਹੁਣ ਸੈਕਿੰਡ ਜਨਰੇਸ਼ਨ ਆ ਗਈ ਹੈ। ਤੁਸੀਂ ਮਤ ਜਾਣੋ ਕਿ ਜਿਹੜਾ ਉਹ ਗੋਸਟ ਆ, ਭੂਤ ਆ ਪਿਛਲਾ, ਉੱਥੇ ਰਹਿ ਗਿਆ, ਅਗਲੀ ਪੀੜ੍ਹੀ ਕੈਰੀ ਕਰ ਰਹੀ ਹੈ ਨਾਲ। ਇੱਥੇ ਜਾ ਕੇ ਪਤਾ ਲੱਗਾ ਮਤਲਬ ਜਿਹੜਾ ਕੁਟੰਬ ਤੇ ਡੁੱਬਾ ਅੱਗੋਂ ਕੁੱਲ, that we carry all the time. That's why Bani is telling us, pay attention to your thoughts, pay attention to what your choices, pay attention what's going on inside you. If you're carrying all the time some kind of misery, then come, I will show you some kind of blissfulness, and that blissfulness is ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰ, ਤਾਰੀਫ ਕਰਿਆ ਕਰ, ਅਰਦਾਸ ਕਰਿਆ ਕਰ, ਵਾਹਿਗੁਰੂ ਤੂੰ ਇੰਨਾ ਬੇਅੰਤ ਹੈ, ਇੰਨਾ ਚੰਗਾ ਆ, ਤੂੰ ਤੇ ਕਿਸੇ ਦੇ ਦੋਖ ਹੀ ਨਹੀਂ ਦੇਖਦਾ, ਤਰਸ ਕਰ ਮੇਰੇ ਤੇ ਵੀ। ਆਹ ਬੰਦਗੀ ਹੈ ਜੀ। ਇਹ ਸ਼ਬਦ ਸਾਰਾ ਇਸ ਕਿਸਮ ਦਾ ਇਸ਼ਾਰਾ ਕਰ ਰਿਹਾ ਹੈ। ਇੱਥੇ ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ ਕਿ ਜਿਹੜਾ ਬੰਦਾ ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੁਬਨ। ਅੱਗੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ, ਇਹਦੇ ਬਾਰੇ ਡਿਟੇਲ, ਬਿਕੋਜ਼ we talk about slanders, to slander, to just rubbish talk for other people's, like rumors and all these things. We always pay attention toward that side. ਇਹਦੇ ਮੁਕਾਬਲਤਨ ਜਿਹੜਾ ਆ ਬੰਦਾ ਆਪਣੇ ਆਪ ਨੂੰ ਅਨਾਲਿਸਿਸ ਕਰੇ, ਆਪਣੀ ਗੱਲ ਕਰੇ, ਉਹਦੇ ਉੱਤੇ ਗੁਰਬਾਣੀ ਜ਼ਿਆਦਾ ਫੋਕਸ ਕਰਦੀ ਹੈ। ਇੱਥੋਂ ਵਿਚਾਰ ਆਉਂਦੇ ਕੱਲ੍ਹ ਪ੍ਰਾਰੰਭ ਕਰਾਂਗੇ। ਅੱਜ ਵਾਸਤੇ ਕੋਈ ਸਮਾਂ ਸਮਾਪਤ ਹੈ। ਗੁਰਮੁਖ ਪਿਆਰੇ ਸੱਜਣ ਆ ਗਏ ਨੇ, ਅਗਲੀ ਸੇਵਾ ਕਰਨਗੇ ਤੁਹਾਡੀ।
मैं इत्थे आप संगत तो माफ़ी चाहना, कह देना जी वाहिगुरू जी का खालसा वाहिगुरू जी की फतेह।